ਪਰਮ ਸ਼ਾਂਤੀ, ਆਉਣ ਵਾਲੇ ਸਮੇਂ ਦਾ ਗਿਆਨ। ਪਰਮ ਗਿਆਨ ਦਾ ਮਤਲਬ ਹੁੰਦਾ ਹੈ ਬੇਹੱਦ ਦਾ ਪਰਮ ਪਿਤਾ ਸਥੂਲ ਜਗਤ ਅਤੇ ਸੂਖਮ ਜਗਤ ਦੀਆਂ ਸਾਰੀਆਂ ਆਤਮਾਵਾਂ ਦੇ ਮਨ ਅਤੇ ਬੁੱਧੀ ਨੂੰ ਪਰਮ ਗਿਆਨ ਨਾਲ ਸ਼ਾਂਤ ਕਰਕੇ ਅਤੇ ਪਰਿਵਰਤਨ ਕਰਕੇ ਮੁਕਤੀ ਅਤੇ ਜੀਵਨ ਮੁਕਤੀ ਦੇਵੇਗਾ। ਪਰਮ ਗਿਆਨ ਲੈਣ ਤੋਂ ਬਾਅਦ ਆਤਮਾਵਾਂ ਆਪਣੀ ਜੱਜਮੈਂਟ ਆਪੇ ਹੀ ਕਰ ਸਕਣਗੀਆਂ ਕਿ ਉਹ ਕਿਸ ਕੈਟਾਗਰੀ ਦੀਆਂ ਹਨ। ਇੱਥੇ ਗਿਆਨ ਰੂਪੀ ਤਲਵਾਰ ਦੀ ਗੱਲ ਹੈ। ਬੇਹੱਦ ਦਾ ਜਗਤ ਕਿੰਨਾ ਵੱਡਾ ਹੈ, ਇਸ ਦੇ ਆਦ ਮੱਧ ਅਤੇ ਅੰਤ ਦਾ ਗਿਆਨ ਵੀ ਬੇਹੱਦ ਦਾ ਪਰਮ ਪਿਤਾ ਦੇਵੇਗਾ। ਇੱਕ ਸੋਲਰ ਸਿਸਟਮ ਦਾ ਮਤਲਬ ਇੱਕ ਬ੍ਰਹਿਮੰਡ, ਗਲੈਕਸੀ ਦਾ ਮਤਲਬ ਮਹਾਂਬ੍ਰਹਿਮੰਡ, ਯੂਨੀਵਰਸ ਦਾ ਮਤਲਬ ਪਰਮ ਮਹਾਂਬ੍ਰਹਿਮੰਡ ਅਤੇ ਮਲਟੀਵਰਸ ਆਦਿ। ਇਸ ਤਰ੍ਹਾਂ ਜੋ ਸਾਇੰਸ ਦੇ ਬੋਲੀ ਦੇ ਸ਼ਬਦ ਹਨ। ਅਨੰਤ ਕੋਟੀ ਬ੍ਰਹਿਮੰਡ ਦਾ ਜ਼ਿਕਰ ਸ਼ਾਸਤਰਾਂ ਵਿੱਚ ਵੀ ਆਉਂਦਾ ਹੈ। ਅਨੰਤ ਕੋਟੀ ਬ੍ਰਹਿਮੰਡ ਕਿਸ ਨੂੰ ਕਹਿੰਦੇ ਹਨ ਅਤੇ ਕਿਸ ਤਰ੍ਹਾਂ ਬਣਦੇ ਹਨ। ਮਲਟੀਵਰਸ ਦੇ ਉੱਪਰ ਦੀ ਵੀ ਦੁਨੀਆ, ਬੇਹੱਦ ਦੇ ਜਗਤ ਦਾ ਮਤਲਬ ਬੇਹੱਦ ਦੀ ਕਲਾ ਦਾ ਬ੍ਰਹਿਮੰਡ ਹੈ। ਬੇਹੱਦ ਦੀ ਕਲਾ ਦੇ ਬ੍ਰਹਿਮੰਡ ਵਿੱਚ ਕੌਣ ਕੌਣ ਹਨ ਅਤੇ ਉੱਥੇ ਕੀ ਕੀ ਹੁੰਦਾ ਹੈ ਅਤੇ ਕਿਸ ਤਰ੍ਹਾਂ ਬਣਦਾ ਹੈ। ਆਲਮਾਈਟੀ ਅਥਾਰਟੀ ਦਾ ਮਤਲਬ ਹੈ ਕਿ ਉਹ ਬੇਹੱਦ ਦੀ ਕਲਾ ਦੇ ਬ੍ਰਹਿਮੰਡ ਦਾ ਸਿਰਜਣਹਾਰ ਹੈ। ਉਹ ਬੇਹੱਦ ਦੇ ਵਿਸ਼ਵ ਦਾ ਕ੍ਰੀਏਟਰ ਹੈ। ਉਹ ਅਲਟੀਮੇਟ ਹੈ, ਸੁਪਰੀਮ ਹੈ। ਆਲਮਾਈਟੀ ਅਥਾਰਟੀ ਉੱਪਰ ਹੋਰ ਕੋਈ ਵੀ ਸੁਪਰੀਮ ਨਹੀਂ ਹੈ। ਉਹ ਆਪਣੇ ਆਪ ਇਸ ਦੁਨੀਆ ਵਿੱਚ ਆਉਂਦਾ ਹੈ। ਉਸ ਦੇ ਅੰਦਰ ਰਿਕਾਰਡਿੰਗ ਹੁੰਦੀ ਹੈ ਜਿਸ ਨੂੰ ਉਹ ਸਾਰੇ ਇਮਰਜ ਕਰਦਾ ਹੈ। ਵੇਖਣ ਵਿੱਚ ਉਹ ਇੱਕ ਸਧਾਰਨ ਮਨੁੱਖ ਹੀ ਦਿਸਦਾ ਹੈ। ਉਸ ਨੂੰ ਸਾਰੇ ਗਿਆਨ ਦੇ ਨਾਲ ਹੀ ਪਛਾਣ ਸਕਦੇ ਹਨ। ਤਾਂ ਇਹ ਸਾਰਾ ਬੇਹੱਦ ਦਾ ਗਿਆਨ ਹੋਵੇਗਾ ਅਤੇ ਬੇਹੱਦ ਦਾ ਵਿਸ਼ਵ ਪਰਿਵਰਤਨ ਕਰੇਗਾ। ਉਹ ਇੱਕ ਐਸਾ ਵਿਸ਼ਵ ਬਣਾਏਗਾ ਜਿਸ ਵਿੱਚ ਪੂਰੇ ਮਲਟੀਵਰਸ ਨੂੰ ਬਦਲੇਗਾ। ਉਹ ਬੇਹੱਦ ਦੇ ਵਿਸ਼ਵ ਦਾ ਓਬਜ਼ਰਵੇਸ਼ਨ ਕਰਨ ਲਈ ਆਇਆ ਹੋਇਆ ਹੈ। ਉਹ ਬੇਹੱਦ ਦੇ ਵਿਸ਼ਵ ਦੇ ਸਿਰਜਣਹਾਰ ਦਾ ਅਵਤਾਰ ਹੈ। ਉਹ ਇੱਕ ਬ੍ਰਹਿਮੰਡ ਵਾਲਾ ਨਹੀਂ, ਮਹਾਂਬ੍ਰਹਿਮੰਡ ਵਾਲਾ ਵੀ ਨਹੀਂ, ਯੂਨੀਵਰਸ ਵਾਲਾ ਵੀ ਨਹੀਂ, ਮਲਟੀਵਰਸ ਵਾਲਾ ਵੀ ਨਹੀਂ। ਬੇਹੱਦ ਦੇ ਵਿਸ਼ਵ ਦੇ ਸਿਰਜਣਹਾਰ ਦਾ ਅਵਤਾਰ ਹੈ। ਉਹ ਆਲਮਾਈਟੀ ਅਥਾਰਟੀ ਹੈ, ਅਲਟੀਮੇਟ ਹੈ, ਸੁਪਰੀਮ ਹੈ। ਤੁਸੀਂ ਉਸ ਨੂੰ ਸਿਰਫ ਗਿਆਨ ਨਾਲ ਹੀ ਜਾਣ ਸਕਦੇ ਹੋ। ਉਸ ਦੇ ਕੋਲ ਪਰਮ ਗਿਆਨ ਹੈ। ਯੋਗ ਦੀਆਂ ਸ਼ਕਤੀਆਂ ਹਨ। ਜੋ ਖਾਸ ਆਤਮਾਵਾਂ ਹਨ ਉਹਨਾਂ ਨੂੰ ਅਸੀਂ ਬੇਹੱਦ ਦੀਆਂ ਆਤਮਾਵਾਂ ਕਹਿੰਦੇ ਹਾਂ, ਜੋ ਕਿ 108, 1008, 16000 ਅਤੇ 9 ਲੱਖ ਹਨ। ਇਹਨਾਂ ਵਿੱਚ 108 ਅਤੇ 1008 ਬੇਹੱਦ ਦੀ ਕਲਾ ਦੀ ਪੂਰੀ ਸ਼ਕਤੀ ਵਾਲੀਆਂ ਆਤਮਾਵਾਂ ਹਨ। ਉਹ ਇਹਨਾਂ ਆਤਮਾਵਾਂ ਨੂੰ ਲੱਭ ਕੇ ਆਦ, ਮੱਧ ਅਤੇ ਅੰਤ ਦਾ ਪਰਮ ਗਿਆਨ ਦੇ ਕੇ 108 ਅਤੇ 1008 ਬੇਹੱਦ ਦੀਆਂ ਆਤਮਾਵਾਂ ਦੇ ਦੁਆਰਾ ਯੋਗ ਵੱਲ ਕਰਾ ਕੇ ਪੂਰੀ ਸ੍ਰਿਸ਼ਟੀ ਦਾ ਪਰਿਵਰਤਨ ਕਰੇਗਾ। ਪਰਮ ਪਿਤਾ ਪੰਜ ਤੱਤਾਂ ਨੂੰ ਪਰਮ ਤੱਤਾਂ ਵਿੱਚ ਬਦਲੇਗਾ। ਇਸ ਮ੍ਰਿਤਿੂ ਲੋਕ ਨੂੰ ਅਮਰ ਲੋਕ ਬਣਾਏਗਾ। ਪੂਰਾ ਸੋਲਰ ਸਿਸਟਮ, ਗਲੈਕਸੀ, ਯੂਨੀਵਰਸ, ਮਲਟੀਵਰਸ ਨੂੰ ਇੰਨਾ ਅੱਛਾ ਬਣਾਏਗਾ ਕਿ ਹਮੇਸ਼ਾ ਦੇ ਲਈ ਬੇਹੱਦ ਦਾ ਅਵਿਨਾਸ਼ੀ ਅਮਰ ਲੋਕ ਬਣ ਜਾਵੇਗਾ। ਇਹ ਸਭ ਅਰਧ ਪਰਲੇ ਮਹਾਂਕਲਪ ਪਰਲੇ ਖਤਮ ਹੋ ਜਾਣਗੇ, ਫਿਰ ਕਦੀ ਵੀ ਨਹੀਂ ਹੋਣਗੇ। ਹਮੇਸ਼ਾ ਲਈ ਅਵਿਨਾਸ਼ੀ ਪਰਮ ਧਾਮ ਅਤੇ ਅਵਿਨਾਸ਼ੀ ਅਮਰ ਲੋਕ ਬਣਾਏਗਾ। ਬੇਹੱਦ ਦਾ ਅਵਿਨਾਸ਼ੀ ਪਰਮ ਗਿਆਨ ਦੇਵੇਗਾ। ਜਿਸ ਤਰ੍ਹਾਂ ਗੀਤਾ ਵਿੱਚ ਕਿਹਾ ਹੈ ਕਿ ਮੈਨੂੰ ਸਿਰਫ ਗਿਆਨ ਨਾਲ ਹੀ ਜਾਣ ਸਕਦੇ ਹੋ। ਗਿਆਨ ਨਾਲ ਬੇਹੱਦ ਦੀਆਂ ਆਤਮਾਵਾਂ ਆਤਮ ਸਰੂਪ ਬਣ ਕੇ ਆਪਣਾ ਖੁਦ ਦਾ ਪਰਿਵਰਤਨ ਕਰਕੇ ਪੂਰੇ ਵਿਸ਼ਵ ਦਾ ਪਰਿਵਰਤਨ ਕਰਨਗੀਆਂ। ਇਹ ਪਰਿਵਰਤਨ ਗਿਆਨ ਅਤੇ ਯੋਗ ਬਲ ਦੇ ਨਾਲ ਹੀ ਹੋਵੇਗਾ। ਪੰਜ ਤੱਤਾਂ ਦਾ ਪਰਮ ਤੱਤਾਂ ਵਿੱਚ ਪਰਿਵਰਤਨ ਹੋਵੇਗਾ। ਪੂਰੇ ਬੇਹੱਦ ਦੀ ਸ੍ਰਿਸ਼ਟੀ ਦਾ ਪਰਿਵਰਤਨ ਹੋਵੇਗਾ। ਸੋ ਇਸ ਤਰ੍ਹਾਂ ਇੱਕ ਗਲੈਕਸੀ ਵਿੱਚ ਅਰਬਾਂ ਸੋਲਰ ਸਿਸਟਮ ਮਤਲਬ ਬ੍ਰਹਿਮੰਡ ਹੁੰਦੇ ਹਨ। ਅਨੰਤ ਕੋਟੀ ਬ੍ਰਹਿਮੰਡ ਦਾ ਸ਼ਬਦ ਸ਼ਾਸਤਰਾਂ ਵਿੱਚ ਵੀ ਹੈ। ਸਾਰੇ ਲੋਕ ਗਿਆਨ ਨੂੰ ਅਤੇ ਸਮੇਂ ਨੂੰ ਲੱਭਣਗੇ। ਬ੍ਰਹਿਮੰਡ ਦੀ ਬ੍ਰਹਮਾ ਦੇ 100 ਸਾਲ ਬਰਾਬਰ ਹੁੰਦੀ ਹੈ। ਬ੍ਰਹਿਮੰਡ ਦੀ ਉਮਰ ਬ੍ਰਹਮਾ ਦੇ 100 ਸਾਲ ਬਰਾਬਰ ਹੁੰਦੀ ਹੈ। ਬ੍ਰਹਮਾ ਦੇ ਇੱਕ ਦਿਨ ਦੇ ਬਰਾਬਰ ਧਰਤੀ 'ਤੇ 1000 ਚਤੁਰਯੁਗ ਹੁੰਦੇ ਹਨ। ਹੁਣ ਸਮੇਂ ਦੇ ਬਾਰੇ ਵੀ ਜਾਣਾਂਗੇ ਕਿ ਕਿਹੜਾ ਸਮਾਂ ਬੇਹੱਦ ਦਾ ਸਮਾਂ ਹੁੰਦਾ ਹੈ। ਬੇਹੱਦ ਦੇ ਸਮੇਂ ਤੋਂ ਬੇਹੱਦ ਦਾ ਵਿਸ਼ਵ, ਬੇਹੱਦ ਦੀ ਕਲਾ ਦਾ ਬ੍ਰਹਿਮੰਡ ਚੱਲ ਰਿਹਾ ਹੈ। ਕਿਹੜੀ ਕਲਾ ਦਾ ਕਿਹੜਾ ਬ੍ਰਹਿਮੰਡ ਹੈ, ਇਸੇ ਬਾਰੇ ਵੀ ਮੇਰਾ ਇੱਕ ਵੀਡੀਓ ਹੈ। ਵਿਨਾਸ਼ਕਾਰੀ ਲੋਕ
ਸਥੂਲ ਅਤੇ ਸੂਖਮ ਵਤਨ ਵਿੱਚ ਵਿਨਾਸ਼ ਕਰ ਰਹੇ ਹਨ ਅਤੇ ਕਹਿੰਦੇ ਹਨ ਬਸ ਅਸੀਂ 9 ਲੱਖ ਲੋਕ ਹੀ ਬਚਾਂਗੇ, ਬਾਕੀ ਸਾਰੀ ਦੁਨੀਆ ਦਾ ਵਿਨਾਸ਼ ਹੋ ਜਾਵੇਗਾ। ਕਈ ਭਗਤੀ ਮਾਰਗ ਵਾਲੇ ਲੋਕ ਦੇਖਣਗੇ ਅਤੇ ਕਹਿਣਗੇ ਕਿ ਸਾਰੀ ਦੁਨੀਆ ਦਾ ਵਿਨਾਸ਼ ਹੋ ਜਾਵੇਗਾ, ਸਿਰਫ 33 ਕਰੋੜ ਦੇਵੀ ਦੇਵਤੇ ਹੀ ਬਚਣਗੇ। ਤੁਹਾਨੂੰ ਇਹਨਾਂ ਦੇ ਵੀਡੀਓ ਵਾਯੂਮੰਡਲ ਵਿੱਚੋਂ ਮਿਲ ਜਾਣਗੇ, ਜੋ ਅੱਜ ਦਾ ਸਮਾਂ ਹੈ, ਆਉਣ ਵਾਲੇ ਸਮੇਂ ਵਿੱਚ ਸਾਰੇ ਦੇਖਣਗੇ। ਅੱਜ ਦੀ ਤਰੀਕ ਅਤੇ ਸਮਾਂ ਸਾਰੇ ਸਮਝ ਲਵੋ। ਅੱਜ ਦੀ ਤਰੀਕ 24 ਜੂਨ 2020 ਅਤੇ ਰਾਤ ਦੇ 11:30 ਵਜੇ ਦਾ ਸਮਾਂ ਹੈ ਜਦੋਂ ਮੈਂ ਇਹ ਵੀਡੀਓ ਰਿਕਾਰਡਿੰਗ ਕਰ ਰਿਹਾ ਹਾਂ। ਹੁਣ ਆਉਣ ਵਾਲੇ ਸਮੇਂ ਬਾਰੇ ਸੁਣੋ। ਅਜੇ ਤਾਂ ਕੁਛ ਵੀ ਨਹੀਂ, ਕਿਉਂਕਿ ਵਿਨਾਸ਼ਕਾਰੀ ਵਿਨਾਸ਼ ਕਰ ਰਹੇ ਹਨ। ਸਥੂਲ ਜਗਤ ਅਤੇ ਸੂਖਮ ਜਗਤ ਅਤੇ ਸਾਰੇ ਵਾਯੂਮੰਡਲ ਵਿੱਚ ਬਹੁਤ ਵਿਨਾਸ਼ ਹੋ ਜਾਵੇਗਾ। ਇਸ ਕਰਕੇ ਸਥੂਲ ਅਤੇ ਸੂਖਮ ਵਿੱਚ ਇੰਨਾ ਜ਼ਿਆਦਾ ਡਰ ਹੋਵੇਗਾ ਕਿ ਲੋਕ ਥਰ ਕੰਬਣਗੇ। ਇੱਕ ਕਹਾਵਤ ਹੈ ਕਿ ਡਰ ਬਿਨਾਂ ਪ੍ਰੀਤ ਨਹੀਂ ਹੁੰਦੀ। ਸਾਰੇ ਲੋਕ ਆਪਣੇ ਆਪਣੇ ਇਸ਼ਟ ਦੇਵਤਾ ਨੂੰ ਯਾਦ ਕਰਨ ਲੱਗ ਜਾਣਗੇ, ਕਿਉਂਕਿ ਇਹਨਾਂ ਦੇ ਇਸ਼ਟ ਦੇਵਤਾ ਸੂਖਮ ਵਤਨ ਵਿੱਚ ਬੈਠੇ ਹਨ। ਬਹੁਤ ਸਾਰੇ ਧਰਮ, ਮੱਠ, ਪੰਥ, ਸੰਪਰਦਾਇ, ਜੋ ਵੀ ਇਸ਼ਟ ਦੇਵਤੇ ਹਨ, ਸਾਰੇ ਸੂਖਮ ਵਤਨ ਵਿੱਚ ਬੈਠੇ ਹਨ, ਜੋ ਕਿ ਸਥੂਲ ਜਗਤ ਵਾਲਿਆਂ ਲਈ ਕੁਝ ਵੀ ਨਹੀਂ ਕਰ ਸਕਣਗੇ। ਇੱਕ ਪਾਸੇ ਥਰਡ ਵਰਲਡ ਵਾਰ ਦਾ ਬਹੁਤ ਹੀ ਜ਼ਬਰਦਸਤ ਵਾਯੂਮੰਡਲ ਬਣ ਜਾਵੇਗਾ। ਸਾਰੀ ਦੁਨੀਆ ਸੋਚੇਗੀ ਕਿ ਪਰਮਾਣੂ ਬੰਬ, ਅਸਤਰ ਸ਼ਾਸਤਰ ਸਭ ਤਿਆਰ ਹਨ ਅਤੇ ਇਸ ਦੁਨੀਆ ਦਾ ਵਿਨਾਸ਼ ਹੋ ਜਾਵੇਗਾ। ਇਹ ਵਿਨਾਸ਼ਕਾਰੀ ਵਾਈਬ੍ਰੇਸ਼ਨ ਬਹੁਤ ਜ਼ਬਰਦਸਤ ਹੋਣਗੇ, ਕਿਉਂਕਿ ਲੱਖਾਂ ਕਰੋੜਾਂ ਲੋਕ ਵਿਨਾਸ਼ ਦੇ ਲਈ ਯੋਗ ਕਰ ਰਹੇ ਹਨ। 9 ਲੱਖ ਬੇਹੱਦ ਦੀਆਂ ਆਤਮਾਵਾਂ ਵੀ ਵਿਨਾਸ਼ਕਾਰੀ ਗਰੁੱਪ ਵਿੱਚ ਹਨ। 16,000, 1008 ਅਤੇ 108 ਬੇਹੱਦ ਦੀਆਂ ਆਤਮਾਵਾਂ ਵਿੱਚੋਂ ਕੁਝ ਆਤਮਾਵਾਂ ਵਿਨਾਸ਼ਕਾਰੀ ਗਰੁੱਪ ਵਿੱਚ ਹਨ। ਕੁਝ ਸਪੈਸ਼ਲ ਕੈਟਾਗਰੀ ਦੀਆਂ ਬੇਹੱਦ ਦੀਆਂ ਆਤਮਾਵਾਂ ਵੀ ਵਿਨਾਸ਼ਕਾਰੀ ਗਰੁੱਪ ਵਿੱਚ ਹਨ। ਮੈਂ ਪਹਿਲਾਂ ਵੀ ਦੱਸਿਆ ਹੈ, ਆਤਮਾਵਾਂ ਦੀ ਅਲੱਗ-ਅਲੱਗ ਕੁਆਲਿਟੀ ਹੈ। ਲੋਕ ਵਿਨਾਸ਼ ਤੋਂ ਬਚਣ ਲਈ ਗਿਆਨ ਲੱਭਣਗੇ, ਕਿਉਂਕਿ ਅੰਤ ਵਿੱਚ ਗਿਆਨ ਹੀ ਵਿਨਾਸ਼ ਤੋਂ ਬਚਣ ਲਈ ਇੱਕ ਸਹਾਰਾ ਹੋਵੇਗਾ। ਸਾਰਿਆਂ ਨੂੰ ਆਤਮ ਸਰੂਪ ਬਣਨ ਦਾ ਗਿਆਨ ਮਿਲੂਗਾ। ਪਹਿਲਾਂ ਆਪਣੇ ਆਪ ਨੂੰ ਪਛਾਣੋ, ਫਿਰ ਆਤਮ ਸਰੂਪ ਬਣੋ। ਸਾਰੇ ਖੁਦ ਨੂੰ ਬਚਾਉਣ ਲਈ ਗਿਆਨ ਵੱਲ ਭੱਜਣਗੇ। ਚਾਰੇ ਪਾਸੇ ਵਾਯੂਮੰਡਲ ਵਿੱਚ ਗਿਆਨ ਹੋਵੇਗਾ। ਵਿਨਾਸ਼ ਤੋਂ ਕਿਸ ਤਰ੍ਹਾਂ ਬਚਿਆ ਜਾਵੇ, ਇਸੇ ਲਈ YouTube, TV ਚੈਨਲਸ ਅਤੇ ਸੋਸ਼ਲ ਮੀਡੀਆ ਸਾਰੇ ਹੀ ਗਿਆਨ ਵੰਡਣਗੇ। ਦੁਨੀਆ ਦਾ ਵਾਯੂਮੰਡਲ ਇੰਨਾ ਜ਼ਿਆਦਾ ਖਰਾਬ ਹੈ ਕਿ ਚਾਰੇ ਪਾਸੇ ਥਰਡ ਵਰਲਡ ਵਾਰ ਦਾ ਵਾਯੂਮੰਡਲ ਬਣ ਜਾਵੇਗਾ। ਚਾਰੇ ਪਾਸੇ ਲੋਕ ਡਰ ਦੇ ਮਾਰੇ ਥਰ ਕੰਬਣਗੇ। ਇਹੀ ਸੋਚਣਗੇ ਕਿ ਕਿਸ ਤਰ੍ਹਾਂ ਬਚਿਆ ਜਾਵੇ। ਡਰ ਦੇ ਮਾਰੇ ਥਰ ਕੰਬਣਗੇ ਅਤੇ ਇਹੀ ਸੋਚਣਗੇ ਕਿ ਕਿਸ ਤਰ੍ਹਾਂ ਬਚਿਆ ਜਾਵੇ। ਚਾਰੇ ਪਾਸੇ ਗਿਆਨ ਫੈਲ ਜਾਵੇਗਾ ਅਤੇ ਲੋਕ ਲੱਭਣਗੇ ਕਿਵੇਂ ਬੇਹੱਦ ਦੇ ਪਰਮ ਗਿਆਨ ਨਾਲ ਬਚਿਆ ਜਾਵੇ। ਹੌਲੀ ਹੌਲੀ 16,000 ਅਤੇ 9 ਲੱਖ ਬੇਹੱਦ ਦੀਆਂ ਹਾਈ ਕੁਆਲਿਟੀ ਆਤਮਾਵਾਂ ਗਿਆਨ ਨੂੰ ਪਕੜ ਕੇ ਆਉਣਗੀਆਂ। 33 ਕਰੋੜ ਦੇਵੀ ਦੇਵਤੇ ਵੀ ਗਿਆਨ ਨੂੰ ਵਾਯੂਮੰਡਲ ਵਿੱਚੋਂ ਪਕੜਨਗੇ, ਸੁਣਨਗੇ ਅਤੇ ਸਮਝਣਗੇ। ਕਈ ਆਕਾਰੀ ਆਤਮਾਵਾਂ ਸਾਕਾਰ ਮਨੁੱਖਾਂ ਦੇ ਸਰੀਰ ਵਿੱਚ ਪ੍ਰਵੇਸ਼ ਕਰਕੇ ਦਿਨ ਰਾਤ YouTube ਵਿੱਚੋਂ ਵੀਡੀਓ ਰਾਹੀਂ ਅਤੇ ਕਈ ਹੋਰ ਤਰੀਕਿਆਂ ਨਾਲ ਗਿਆਨ ਸੁਣਨਗੀਆਂ। ਚਾਰੇ ਪਾਸੇ ਹਰ ਜਗ੍ਹਾ ਗਿਆਨ ਹੀ ਗਿਆਨ ਹੋਵੇਗਾ। ਸਾਰੇ ਹੀ ਗਿਆਨ ਨੂੰ ਲੱਭਣਗੇ। ਇਹ ਸਮਾਂ ਆਉਣ ਵਾਲਾ ਹੈ। ਗਿਆਨ ਮਿਲਣ ਤੋਂ ਬਾਅਦ ਹੌਲੀ ਹੌਲੀ ਯੋਗ ਕਰਨਗੇ। ਉਹਨਾਂ ਨੂੰ ਸਭ ਪਤਾ ਲੱਗ ਜਾਵੇਗਾ। ਫਿਰ ਸਾਰੇ ਆਤਮ ਸਰੂਪ ਹੋ ਕੇ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨ ਫੈਲਾਉਣਗੇ। ਫਿਰ ਹੌਲੀ ਹੌਲੀ ਸਾਰੀਆਂ ਆਤਮਾਵਾਂ, ਚਾਹੇ ਉਹ ਸਥੂਲ ਜਗਤ ਵਿੱਚ ਹੋਣ, ਚਾਹੇ ਸੂਖਮ ਜਾਂ ਨਿਰਾਕਾਰ ਦੁਨੀਆ ਵਿੱਚ ਹੋਣ, ਸਭ ਨੂੰ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨ ਟੱਚ ਹੋਣਗੇ। ਸਾਰੇ ਹੌਲੀ ਹੌਲੀ ਪਰਮ ਸ਼ਾਂਤ ਹੋ ਜਾਣਗੇ। ਬੇਹੱਦ ਦੀਆਂ ਆਤਮਾਵਾਂ ਸਾਰਿਆਂ ਉੱਪਰ ਪਰਮ ਲਾਈਟ ਪਾਉਣਗੀਆਂ। ਪਰਮ ਲਾਈਟ ਪਾਉਣ ਨਾਲ ਚਾਰੇ ਪਾਸੇ ਆਤਮ ਸਰੂਪ ਬਣਨਗੇ, ਤਾਂ ਫਿਰ ਆਟੋਮੈਟਿਕਲੀ ਪਰਮ ਲਾਈਟ ਨਿਕਲੇਗੀ। ਪਰਮ ਸ਼ਾਂਤੀ ਦੇ ਨਾਲ ਨਾਲ ਸਭ ਆਤਮਾਵਾਂ ਨੂੰ ਪਰਮ ਲਾਈਟ ਮਿਲੇਗੀ। ਪਰਮ ਲਾਈਟ ਦੇ ਮਿਲਣ ਨਾਲ ਹੌਲੀ ਹੌਲੀ ਸਾਰੀਆਂ ਆਤਮਾਵਾਂ ਨੂੰ ਦਿਵਿਆ ਦ੍ਰਿਸ਼ਟੀ ਮਿਲੇਗੀ ਅਤੇ ਉਹ ਸਾਰੀਆਂ ਆਤਮ ਸਰੂਪ ਵਿੱਚ ਹੋ ਜਾਣਗੀਆਂ। ਇਸ ਤਰ੍ਹਾਂ ਹੌਲੀ ਹੌਲੀ ਵਿਅਕਤ ਦੁਨੀਆ ਅਵਿਅਕਤ ਬਣਦੀ ਜਾਵੇਗੀ।
ਇਸ ਤਰ੍ਹਾਂ ਦਿਵਯ ਦ੍ਰਿਸ਼ਟੀ ਮਿਲਦੇ ਹੀ ਆਲਮਾਈਟੀ ਅਥਾਰਟੀ ਬੇਹੱਦ ਦੇ ਵਿਸ਼ਵ ਦੇ ਪਰਮ ਪਿਤਾ ਦਾ ਦਰਸ਼ਨ ਕਰਨਗੇ। ਬੇਹੱਦ ਦੀ ਕਲਾ ਦੇ ਬ੍ਰਹਿਮੰਡ ਦਾ ਕ੍ਰੀਏਟਰ ਆਲਮਾਈਟੀ ਅਥਾਰਟੀ ਖੁਦ ਇਸ ਧਰਤੀ 'ਤੇ ਆਏ ਹੋਏ ਹਨ, ਪਰ ਸਾਕਾਰ ਵਿੱਚ ਉਹਨਾਂ ਨੂੰ ਕੋਈ ਮਿਲ ਨਹੀਂ ਸਕੇਗਾ। ਆਤਮ ਸਮੇਂ 'ਤੇ ਸਾਰਿਆਂ ਨੂੰ ਆਪਣੇ ਆਪ ਹੀ ਉਹਨਾਂ ਦੇ ਦਰਸ਼ਨ ਹੋ ਜਾਣਗੇ। ਬੇਹੱਦ ਦੀਆਂ 108 ਅਤੇ 1000 ਆਤਮਾਵਾਂ ਬਹੁਤ ਵੱਡਾ ਰੋਲ ਪਲੇ ਕਰਕੇ ਆਪਣੀ ਬੇਹੱਦ ਦੀ ਕਿਸਮਤ ਬਣਾਉਣਗੀਆਂ। ਹੁਣ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ। ਬਹੁਤ ਥੋੜ੍ਹੀ ਹੀ ਗਿਣਤੀ ਵਿੱਚ ਬੇਹੱਦ ਦੀਆਂ ਆਤਮਾਵਾਂ ਆਪਣੀ ਕਿਸਮਤ ਨਾਂ ਦੇ ਬਰਾਬਰ ਬਣਾ ਰਹੀਆਂ ਹਨ। ਉਹਨਾਂ ਕੋਲ ਬੇਹੱਦ ਦਾ ਗਿਆਨ ਹੋਣ ਦੇ ਬਾਵਜੂਦ ਵੀ ਮੋਹ ਮਾਇਆ ਵਿੱਚ ਫਸੀਆਂ ਹੋਈਆਂ ਹਨ। ਉਹਨਾਂ ਕੋਲ ਤਿਆਗ ਅਤੇ ਤਪੱਸਿਆ ਬਹੁਤ ਘੱਟ ਹੈ। ਅਜੇ ਵੀ ਨਸ਼ਟੋ ਮੋਹਾਂ ਨਹੀਂ ਬਣੀਆਂ। ਇੱਛਾ ਮਾਤਰਮ ਅਵਿਦਿਆ ਨਹੀਂ ਹਨ। ਮੋਹ ਅਤੇ ਤੇਰੇ ਮੇਰੇ ਵਿੱਚ ਫਸੀਆਂ ਹੋਈਆਂ ਹਨ। ਗਿਆਨਦਾਨ ਮਹਾਂਦਾਨ ਹੁੰਦਾ ਹੈ। ਬੇਹੱਦ ਦੀਆਂ ਆਤਮਾਵਾਂ ਗਿਆਨਦਾਨ ਮਹਾਂਦਾਨ ਨਹੀਂ ਕਰ ਰਹੀਆਂ, ਇਸ ਲਈ ਉਹ ਆਪਣੀ ਚੰਗੀ ਕਿਸਮਤ ਨਹੀਂ ਬਣਾ ਰਹੀਆਂ। ਜੋ ਵੀ ਆਤਮਾ ਹੁਣ ਗਿਆਨਦਾਨ ਮਹਾਂਦਾਨ ਕਰਕੇ ਇਸ ਦੁਨੀਆ ਵਿੱਚ ਅਤੇ ਸੂਖਮ ਜਗਤ ਵਿੱਚ ਚਾਰੇ ਪਾਸੇ ਇਸ ਗਿਆਨ ਨੂੰ ਫੈਲਾ ਦੇਵੇ, ਉਸ ਆਤਮਾ ਦੀ ਕਿਸਮਤ ਬਹੁਤ ਹੀ ਚੰਗੀ ਬਣ ਜਾਵੇਗੀ। ਹੁਣ ਆਉਣ ਵਾਲੇ ਸਮੇਂ ਵਿੱਚ ਗਿਆਨ ਸਾਰੀ ਦੁਨੀਆ ਵਿੱਚ ਚਾਰੇ ਪਾਸੇ ਫੈਲ ਜਾਵੇਗਾ। ਵਾਯੂਮੰਡਲ ਗਿਆਨ ਨਾਲ ਭਰ ਜਾਵੇਗਾ। ਹਰ ਪਾਸੇ ਗਿਆਨ ਹੀ ਹੋਵੇਗਾ। ਲੋਕ ਗਿਆਨ ਦੇ ਵੱਲ ਭੱਜਣਗੇ ਕਿਉਂਕਿ ਉਹ ਸਿਰਫ ਗਿਆਨ ਦੇ ਨਾਲ ਹੀ ਬਚ ਸਕਣਗੇ। ਇਹ ਗਿਆਨ ਪਰਮ ਗਿਆਨ ਹੋਵੇਗਾ। ਪਰਮ ਗਿਆਨ ਨਾ ਲਿਖਿਆ ਗਿਆ ਕਿਤਾਬਾਂ ਵਿੱਚ। ਇਹੋ ਪਰਮ ਪਵਿੱਤਰ ਗਿਆਨ ਦੁੱਧ ਵਰਗਾ ਚਿੱਟਾ ਹੋਵੇਗਾ। ਇਹ ਬੇਹੱਦ ਦਾ ਪਰਮ ਗਿਆਨ ਸਾਰੀਆਂ ਆਤਮਾਵਾਂ ਨੂੰ ਟੱਚ ਕਰੇਗਾ। ਸਾਰੀਆਂ ਆਤਮਾਵਾਂ ਇਹ ਗਿਆਨ ਜਾਂ ਇੰਟਰਨੈਟ ਰਾਹੀਂ ਜਾਂ TV ਰਾਹੀਂ ਦੇਖਣਗੀਆਂ। ਆਉਣ ਵਾਲੇ ਸਮੇਂ ਵਿੱਚ ਸਾਰੇ ਵਾਯੂਮੰਡਲ ਵਿੱਚ ਕੇਵਲ ਗਿਆਨ ਹੀ ਗਿਆਨ ਹੋਵੇਗਾ। ਸਾਰੇ ਲੋਕ ਗਿਆਨ ਦੇ ਵੱਲ ਭੱਜਣਗੇ ਅਤੇ ਗਿਆਨ ਸਾਗਰ ਵਿੱਚ ਡੁੱਬ ਕੇ ਗੋਤੇ ਲਾਉਣਗੇ। ਫਿਰ ਲੋਕ ਆਪਣੇ ਬਾਰੇ ਸੋਚਣਗੇ ਕਿ ਮੈਂ ਕੌਣ ਹਾਂ ਅਤੇ ਕਿੱਥੋਂ ਆਇਆ ਹਾਂ ਅਤੇ ਕਿਉਂ ਆਇਆ ਹਾਂ। ਕੀ ਮੈਂ ਗਲੈਕਸੀ ਜਾਂ ਯੂਨੀਵਰਸ ਤੋਂ ਆਇਆ ਹਾਂ? ਕੀ ਮੈਂ ਗ੍ਰੇਟ ਯੂਨੀਵਰਸ ਜਾਂ ਮਲਟੀਵਰਸ ਤੋਂ ਆਇਆ ਹਾਂ? ਉਹ ਇਹ ਵੀ ਸੋਚਣਗੇ ਕਿ ਮੈਂ ਕਿਸ ਕੈਟਾਗਰੀ ਦੀ ਆਤਮਾ ਹਾਂ। ਗਿਆਨ ਦੇ ਨਾਲ ਜਾਣਨ ਦੀ ਉਹ ਬਹੁਤ ਕੋਸ਼ਿਸ਼ ਕਰਨਗੇ। ਗਿਆਨ ਆਤਮਾ ਅਤੇ ਪਰਮਾਤਮਾ ਦੀ ਪਹਿਚਾਣ ਹੈ। ਬੇਹੱਦ ਦੇ ਪਰਮਾਤਮਾ ਦੀ ਵੀ ਪਹਿਚਾਣ ਹੈ। ਬੇਹੱਦ ਦੇ ਪਰਮ ਪਿਤਾ ਦੀ ਵੀ ਪਹਿਚਾਣ ਹੈ। ਜਿੰਨਾ ਕੁ ਗਿਆਨ ਆਤਮਾ ਨੂੰ ਸਮਝ ਆਉਂਦਾ ਹੈ, ਉਸ ਦੇ ਮੁਤਾਬਕ ਹੀ ਆਪਣੇ ਆਪ ਨੂੰ ਜੱਜ ਕਰ ਸਕਦੀ ਹੈ। ਅਗਰ ਆਤਮਾ ਇੱਕ ਕਲਾ ਦੀ ਹੈ ਤਾਂ ਉਸਨੂੰ ਇੱਕ ਸੋਲਰ ਸਿਸਟਮ ਜਾਂ ਆਮ ਤੌਰ 'ਤੇ ਮਲਟੀਵਰਸ ਤੱਕ ਦਾ ਹੀ ਗਿਆਨ ਹੁੰਦਾ ਹੈ। ਗਲੈਕਸੀ, ਯੂਨੀਵਰਸ, ਮਲਟੀਵਰਸ ਤੱਕ ਤਾਂ ਆਮ ਹੀ ਸ਼ਬਦ ਹਨ। ਜਿਹੜੇ ਪੜ੍ਹੇ ਲਿਖੇ ਬੁੱਧੀਜੀਵੀ ਲੋਕ ਹਨ, ਉਹ ਯੂਨੀਵਰਸ ਤੱਕ ਦਾ ਗਿਆਨ ਤਾਂ ਸਮਝ ਹੀ ਜਾਣਗੇ, ਪਰ ਹੋ ਸਕਦਾ ਹੈ ਕਿ ਆਤਮਾ ਅੱਧੀ ਕਲਾ ਵਾਲੀ ਮੁਕਤੀ ਵਾਲੀ ਹੋਵੇ। ਇਸ ਤਰ੍ਹਾਂ ਹੌਲੀ ਹੌਲੀ ਚਾਰੇ ਪਾਸੇ ਲੋਕ ਗਿਆਨ ਨਾਲ ਗਿਆਨ ਸਰੂਪ ਬਣਨਗੇ, ਗਿਆਨ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਗੇ ਅਤੇ ਆਤਮ ਸਰੂਪ ਅਨੁਭਵ ਕਰਨਗੇ। ਆਤਮਾਵਾਂ ਪਰਮ ਸ਼ਾਂਤੀ ਅਤੇ ਵਾਈਬ੍ਰੇਸ਼ਨ ਫੈਲਾਉਣਗੀਆਂ। ਸਾਰਿਆਂ ਨੂੰ ਪਰਮ ਸ਼ਾਂਤੀ ਮਹਿਸੂਸ ਹੋਵੇਗੀ, ਪਰ ਇਸ ਦੇ ਲਈ ਆਤਮ ਸਰੂਪ ਦੇ ਅਨੁਭਵ ਦੇ ਨਾਲ ਪਰਮ ਸ਼ਾਂਤੀ ਸੋਚਣਾ ਅਤੇ ਬੋਲਣਾ ਪਵੇਗਾ। ਭਾਵੇਂ ਸਥੂਲ ਦੁਨੀਆ ਹੋਵੇ, ਭਾਵੇਂ ਸੂਖਮ ਹੋਵੇ, ਆਤਮਾਵਾਂ ਦੇ ਭਾਵੇਂ ਸਾਕਾਰੀ ਹੋਣ, ਆਕਾਰੀ ਹੋਣ ਜਾਂ ਨਿਰਾਕਾਰੀ ਹੋਣ, ਪਰਮ ਸ਼ਾਂਤੀ ਸੋਚਣਗੀਆਂ, ਪਰਮ ਸ਼ਾਂਤੀ ਬੋਲਣਗੀਆਂ ਤਾਂ ਹੌਲੀ ਹੌਲੀ ਆਤਮਾਵਾਂ ਦੇ ਅੰਦਰ ਪਰਮ ਸ਼ਾਂਤੀ ਆ ਜਾਵੇਗੀ ਅਤੇ ਉਹ ਸੰਤੁਸ਼ਟ ਮਣੀ ਬਣ ਜਾਣਗੀਆਂ। ਇੱਛਾ ਮਾਤਰਮ ਅਵਿਦਿਆ ਅਤੇ ਨਸ਼ਟੋ ਮੋਹਾ ਬਣ ਜਾਣਗੀਆਂ। ਹਾਂ, ਗਿਆਨ ਹੋਣ ਨਾਲ ਗਿਆਨ ਸਰੂਪ ਬਣ ਜਾਣਗੀਆਂ। ਆਤਮਾ ਨੂੰ ਨਸ਼ਟੋ ਮੋਹ ਤਾਂ ਸਮਾਂ ਪਹਿਲਾਂ ਹੀ ਬਣਾ ਦੇਵੇਗਾ, ਕਿਉਂਕਿ ਉਸਦੇ ਹੱਥ ਵਿੱਚ ਡੰਡਾ ਹੈ। ਮੈਂ ਪਹਿਲਾਂ ਵੀ ਪੁਰਾਣੀ ਵੀਡੀਓ ਵਿੱਚ ਕਿਹਾ ਹੈ ਕਿ ਸਮਾਂ ਹੁਣ ਟੀਚਰ ਹੈ। ਸਾਰਿਆਂ ਨੂੰ ਗਿਆਨ ਦਾ ਡੰਡਾ ਮਾਰੇਗਾ। ਗਿਆਨ ਦੀ ਤਲਵਾਰ ਕੰਮ ਆਵੇਗੀ। ਵਿਨਾਸ਼ੀ ਬੁੱਧੀ ਨੂੰ ਬਦਲ ਕੇ ਉਸ ਵਿੱਚ ਪਰਮ ਗਿਆਨ ਭਰ ਦੇਵੇਗਾ। ਸਾਰਿਆਂ ਦੇ ਮਨ ਅਤੇ ਬੁੱਧੀ ਪਰਮ ਗਿਆਨ
ਹੋਵੇਗਾ। ਗਿਆਨ ਨੂੰ ਜੀਵਨ ਵਿੱਚ ਧਾਰਨ ਕਰਕੇ ਪਰਮ ਗਿਆਨ ਸਰੂਪ ਬਣ ਕੇ ਪਰਮ ਸ਼ਾਂਤੀ ਦੇ ਵਾਈਬ੍ਰੇਸ਼ਨ ਫੈਲਾਉਣਗੇ। ਹੌਲੀ ਹੌਲੀ ਗਿਆਨ ਅਤੇ ਯੋਗ ਨਾਲ ਲੋਕਾਂ ਨੂੰ ਆਤਮ ਸਰੂਪ ਦਾ ਅਨੁਭਵ ਹੋਵੇਗਾ ਅਤੇ ਆਤਮ ਸਰੂਪ ਦਾ ਅਨੁਭਵ ਕਰਦੇ ਕਰਦੇ ਹੌਲੀ ਹੌਲੀ ਤੱਤ ਪਰਿਵਰਤਨ ਹੋਣਗੇ। ਵਿਅਕਤ ਦੁਨੀਆ ਅਵਿਅਕਤ ਦੁਨੀਆ ਬਣਦੀ ਜਾਵੇਗੀ। ਮਤਲਬ ਹੌਲੀ ਹੌਲੀ 5 ਤੱਤ ਪਰਮ ਤੱਤਾਂ ਵਿੱਚ ਬਦਲ ਜਾਣਗੇ। ਪਰਮ ਤੱਤਾਂ ਨਾਲ ਪਰਮ ਲਾਈਟ ਦੀ ਦੁਨੀਆ ਬਦਲਦੀ ਜਾਵੇਗੀ। ਫਿਰ ਹੌਲੀ ਹੌਲੀ ਬ੍ਰਹਿਮੰਡ ਬਦਲੇਗਾ ਅਤੇ ਫਿਰ ਮਹਾਂਬ੍ਰਹਿਮੰਡ ਬਦਲੇਗਾ। ਮਹਾਂਬ੍ਰਹਿਮੰਡ ਦਾ ਮਤਲਬ ਹੈ ਗਲੈਕਸੀ ਬਦਲੇਗੀ, ਯੂਨੀਵਰਸ ਬਦਲੇਗਾ, ਗ੍ਰੇਟ ਯੂਨੀਵਰਸ ਬਦਲੇਗਾ, ਫਿਰ ਪੂਰਾ ਮਲਟੀਵਰਸ ਬਦਲੇਗਾ। ਫਿਰ ਹੌਲੀ ਹੌਲੀ ਚਾਰੇ ਪਾਸੇ ਮਲਟੀਵਰਸ ਵਿੱਚ ਬੈਠੀਆਂ ਹੋਈਆਂ ਆਤਮਾਵਾਂ, ਸੋਲਰ ਸਿਸਟਮ ਮਤਲਬ ਬ੍ਰਹਿਮੰਡ ਵਿੱਚ, ਗਲੈਕਸੀ ਮਤਲਬ ਮਹਾਂਬ੍ਰਹਿਮੰਡ ਵਿੱਚ, ਯੂਨੀਵਰਸ ਮਤਲਬ ਪਰਮ ਮਹਾਂਬ੍ਰਹਿਮੰਡ ਵਿੱਚ ਬੈਠੀਆਂ ਹੋਈਆਂ ਸਾਰੀਆਂ ਹੀ ਆਤਮਾਵਾਂ ਹੌਲੀ ਹੌਲੀ ਸ਼ਾਂਤੀ ਦਾ ਅਨੁਭਵ ਕਰਨਗੀਆਂ ਅਤੇ ਚਾਰੇ ਪਾਸੇ ਆਤਮ ਸਰੂਪ ਬਣਨਗੀਆਂ। ਉੱਪਰ ਤੋਂ ਆਈਆਂ ਹੋਈਆਂ ਆਤਮਾਵਾਂ ਬਹੁਤ ਪਾਵਰਫੁੱਲ ਹਨ। ਇਹ ਬੇਹੱਦ ਦੀ ਕਲਾ ਦੀ ਪਾਵਰ ਵਾਲੀਆਂ ਆਤਮਾਵਾਂ ਚਾਰੇ ਪਾਸੇ 10 ਕਲਾ ਪਾਵਰ ਫੈਲਾਉਣਗੀਆਂ। ਪੂਰਾ ਮਲਟੀਵਰਸ ਬਦਲਣ ਲਈ ਬੇਹੱਦ ਦੀ ਕਲਾ ਦੀ ਪਾਵਰ ਵਿੱਚੋਂ 10 ਕਲਾ ਦੀ ਪਾਵਰ ਦੀ ਵਰਤੋਂ ਹੋਵੇਗੀ। ਸੋ ਇਸ ਦੁਨੀਆ ਜੋ ਅਸੀਂ ਹੁਣ ਦੇਖ ਰਹੇ ਹਾਂ, ਇਸ ਵਿੱਚ ਬਹੁਤ ਹੀ ਅੱਛਾ ਪਰਿਵਰਤਨ ਹੋਵੇਗਾ। ਜੋ ਪਹਾੜ ਅਤੇ ਨਦੀਆਂ ਹਨ ਉਹ ਪਰਮ ਤੱਤ ਦੇ ਵਿੱਚ ਪਰਮ ਲਾਈਟ ਦੇ ਬਣ ਜਾਣਗੇ ਅਤੇ ਸਭ ਨੂੰ ਪਰਮ ਸੁੱਖ ਦਾ ਅਨੁਭਵ ਹੋਵੇਗਾ ਅਤੇ ਪਰਮ ਸ਼ਾਂਤੀ ਹੋਵੇਗੀ। ਮਨ ਨੂੰ ਲਵਾਉਣ ਵਾਲਾ ਅਤੇ ਸ਼ਾਂਤ ਕਰਨ ਵਾਲਾ ਅਤੀ ਸੂਖਮ ਸੰਗੀਤ ਨਿਕਲੇਗਾ। ਇਹ ਸੰਗੀਤ ਸਾਰੀਆਂ ਆਤਮਾਵਾਂ ਨੂੰ ਪਰਮ ਸੁੱਖ ਦਾ ਅਨੁਭਵ ਕਰਾਏਗਾ। ਹੌਲੀ ਹੌਲੀ ਅਲੱਗ-ਅਲੱਗ ਕੈਟਾਗਰੀ ਦੀਆਂ ਆਤਮਾਵਾਂ ਆਪਣੇ ਆਪਣੇ ਸਿਰਜਣਹਾਰ ਕੋਲ ਜਾਣਗੀਆਂ। ਆਤਮਾਵਾਂ ਨਿਰਾਕਾਰ ਸਰੂਪ ਧਾਰਨ ਕਰਨਗੀਆਂ। ਨਿਰਾਕਾਰੀ ਸਰੂਪ ਵਿੱਚ ਆਤਮਾਵਾਂ ਮੁਕਤੀ ਅਤੇ ਜੀਵਨ ਮੁਕਤੀ ਪਾਉਣ ਲੱਗਣਗੀਆਂ। ਹਲਕੀ ਕੁਆਲਿਟੀ ਦੀਆਂ ਆਤਮਾਵਾਂ ਮੁਕਤ ਹੋ ਜਾਣਗੀਆਂ। ਹਾਈ ਕੁਆਲਿਟੀ ਦੀਆਂ ਆਤਮਾਵਾਂ ਜਿਸ ਵੀ ਕੈਟਾਗਰੀ ਦੀਆਂ ਹਨ, ਨਿਰਾਕਾਰੀ ਰੂਪ ਧਾਰਨ ਕਰਕੇ ਆਪਣੇ ਆਪਣੇ ਸਿਰਜਣਹਾਰ ਨੂੰ ਜਾਣਨ ਲੱਗ ਜਾਣਗੀਆਂ। ਫਿਰ ਆਪਣੇ ਸਿਰਜਣਹਾਰ ਨੂੰ ਜਾਣਨ ਤੋਂ ਬਾਅਦ ਆਤਮਾਵਾਂ ਉਸ ਵਿੱਚ ਸਮਾ ਜਾਣਗੀਆਂ ਅਤੇ ਮੁਕਤ ਹੋ ਜਾਣਗੀਆਂ। ਜਿਸ ਤਰ੍ਹਾਂ ਸ਼ਿਵ ਦਾ ਸਿਰਜਣਹਾਰ ਮਹਾਸ਼ਿਵ ਹੈ, ਮਹਾਸ਼ਿਵ ਦਾ ਸਿਰਜਣਹਾਰ ਪਰਮ ਮਹਾਸ਼ਿਵ ਹੈ, ਪਰਮ ਮਹਾਸ਼ਿਵ ਦਾ ਸਿਰਜਣਹਾਰ ਪਰਮ ਮਹਾਸ਼ਿਵ ਹੈ। ਜਿਵੇਂ ਹਰ ਬ੍ਰਹਿਮੰਡ ਵਿੱਚ ਬ੍ਰਹਮਾ, ਵਿਸ਼ਨੂੰ ਅਤੇ ਸ਼ੰਕਰ ਹੁੰਦੇ ਹਨ, ਇੱਕ ਗਲੈਕਸੀ ਵਿੱਚ ਅਨੰਤ ਬ੍ਰਹਿਮੰਡ ਹਨ। ਗਲੈਕਸੀ ਵਿੱਚ ਹੌਲੀ ਹੌਲੀ ਪਰਿਵਰਤਨ ਹੁੰਦੇ ਹੁੰਦੇ 10 ਕਲਾ ਦੀ ਪਾਵਰ ਆ ਜਾਵੇਗੀ। ਜੋ 10 ਕਲਾ ਤੋਂ ਨੀਚੇ ਵਾਲੀਆਂ ਆਤਮਾਵਾਂ ਹਨ ਉਹ ਸਾਰੀਆਂ ਹੌਲੀ ਹੌਲੀ ਮੁਕਤੀ ਵੱਲ ਜਾਣਗੀਆਂ। ਜੋ 10 ਕਲਾ ਤੋਂ ਉੱਪਰ ਵਾਲੀਆਂ ਆਤਮਾਵਾਂ ਹਨ ਉਹ 4-5 ਗੁਣਾ ਹੋਰ ਪਾਵਰ ਲੈ ਸਕਣਗੀਆਂ। ਪਾਵਰ ਮਿਲਣ ਤੋਂ ਬਾਅਦ ਆਤਮਾਵਾਂ ਪੂਰੇ ਮਲਟੀਵਰਸ ਵਿੱਚ 40-50 ਕਲਾਂ ਦੀਆਂ ਬਣ ਜਾਣਗੀਆਂ। ਨਵਾਂ ਮਲਟੀਵਰਸ ਬਹੁਤ ਵਧੀਆ ਬਣੇਗਾ। 90% ਆਤਮਾਵਾਂ ਮੁਕਤ ਹੋ ਜਾਣਗੀਆਂ। 10% ਆਤਮਾਵਾਂ ਜੀਵਨ ਮੁਕਤੀ ਵਿੱਚ ਜਾਣਗੀਆਂ। ਹੌਲੀ ਹੌਲੀ ਇੱਕ ਨਵਾਂ ਮਲਟੀਵਰਸ ਹੋਵੇਗਾ। ਗ੍ਰੇਟ ਮਲਟੀਵਰਸ ਵਿੱਚ ਵੀ ਜਿੱਥੇ ਜਿੱਥੇ ਨੁਕਸ ਹੈ ਉੱਥੇ ਸਭ ਕੁਛ ਬਦਲ ਜਾਵੇਗਾ। ਬੇਹੱਦ ਦੇ ਬੱਚਿਆਂ ਦਾ ਬੇਹੱਦ ਦਾ ਆਕਾਰੀ ਬਾਪ ਵੀ ਇੰਤਜ਼ਾਰ ਕਰ ਰਿਹਾ ਹੈ। ਉਹਨਾਂ ਦਾ ਜਹਾਜ਼ ਵੀ ਤਿਆਰ ਹੈ। ਬੇਹੱਦ ਦੇ ਬੱਚਿਆਂ ਨੂੰ ਬੇਹੱਦ ਦੇ ਜਹਾਜ਼ ਵਿੱਚ ਬੈਠ ਕੇ ਹੌਲੀ ਹੌਲੀ ਦਿਵਿਆ ਦ੍ਰਿਸ਼ਟੀ ਆਵੇਗੀ। ਦਿਵਿਆ ਦ੍ਰਿਸ਼ਟੀ ਦੇ ਰਾਹੀਂ ਨਿਰਾਕਾਰੀ ਬਣ ਕੇ ਨਿਰਾਕਾਰੀ ਜਹਾਜ਼ ਵਿੱਚ ਬੈਠ ਕੇ ਬੇਹੱਦ ਦੇ ਵਿਸ਼ਵ ਦਾ ਨਜ਼ਾਰਾ ਸ਼ਾਂਤੀ ਨਾਲ ਵੇਖਣਗੇ ਅਤੇ ਅਨੁਭਵ ਕਰਨਗੇ। ਬੇਹੱਦ ਦੀ ਕਲਾ ਦਾ ਅਨੁਭਵ ਹੋਵੇਗਾ। ਆਤਮਾ ਨਿਰਾਕਾਰੀ ਸਟੇਜ ਵਿੱਚ ਬੇਹੱਦ ਦੀ ਕਲਾ ਦੇਖ ਪਾਊਗੀ। ਬੇਹੱਦ ਦੀ ਕਲਾ ਦਾ ਵਿਸ਼ਵ ਕਿੰਨਾ ਵੱਡਾ ਹੈ, ਬੇਹੱਦ ਦੀ ਕਲਾ ਬ੍ਰਹਿਮੰਡ ਕਿੰਨਾ ਵੱਡਾ ਹੈ, ਸਾਰੀਆਂ ਬੇਹੱਦ ਦੀਆਂ ਆਤਮਾਵਾਂ ਦੇਖ ਸਕਣਗੀਆਂ। ਇਸ ਤਰ੍ਹਾਂ ਹੌਲੀ ਹੌਲੀ ਬੇਹੱਦ ਦੇ ਬੱਚੇ ਬੇਹੱਦ ਆਕਾਰੀ ਬਾਪੂ ਜੀ ਮਤਲਬ ਛੋਟੂ ਰਾਮ ਬਾਪੂ ਜੀ ਦੇ ਨਾਲ ਆਪਣੇ ਜਹਾਜ਼ ਵਿੱਚ ਬੈਠ ਕੇ ਜਾਣਗੇ। 33 ਕਰੋੜ ਦੇਵੀ ਦੇਵਤਿਆਂ ਦਾ ਬਾਪ ਵੀ ਆਇਆ ਹੋਇਆ ਹੈ। ਉਹ ਵੀ ਅਲੱਗ-ਅਲੱਗ ਕੈਟਾਗਰੀ ਦੀਆਂ ਆਤਮਾਵਾਂ ਹਨ। ਉਹਨਾਂ ਵਿੱਚੋਂ ਕਈ 100 ਕਲਾ ਤੱਕ, ਕਈ 200 ਕਲਾ ਤੱਕ,
ਕਈ 300 ਕਲਾ ਤੱਕ, ਕਈ 400 ਕਲਾ ਤੱਕ, ਕਈ 500 ਕਲਾ ਤੱਕ, ਕਈ 2100 ਕਲਾ ਤੱਕ ਜਾਣਗੇ। ਅਲੱਗ-ਅਲੱਗ 101 ਪੀੜ੍ਹੀ ਮਤਲਬ 10,101 ਕਲਾ ਤੋਂ ਜੋ ਆਤਮਾਵਾਂ ਆਈਆਂ ਹਨ ਉਹ ਵੀ ਹੌਲੀ-ਹੌਲੀ ਉੱਪਰ ਜਾਣਗੀਆਂ। ਸੂਖਮ ਜਗਤ ਵਿੱਚ ਸਾਰਾ ਇੰਤਜ਼ਾਮ ਹੋ ਰਿਹਾ ਹੈ। ਸਾਰੇ ਜ਼ਿੰਮੇਵਾਰ ਸਿਰਜਣਹਾਰ ਰਚੈਤਾ ਆਪਣੀ ਆਪਣੀ ਰਚਨਾ ਲਈ ਵਾਪਸ ਜਾਣ ਦਾ ਇੰਤਜ਼ਾਮ ਕਰ ਰਹੇ ਹਨ। ਸੂਖਮ ਜਗਤ ਵਿੱਚ ਵੀ ਬਹੁਤ ਸਾਰਾ ਕੰਮ ਬਹੁਤ ਹੀ ਗੁਪਤ ਤਰੀਕੇ ਨਾਲ ਹੋ ਰਿਹਾ ਹੈ। ਅਜੇ ਵਾਪ ਵੀ ਹੈ ਗੁਪਤ, ਗਿਆਨ ਹੈ ਗੁਪਤ, ਪੁਰਸ਼ਾਰਥ ਹੈ ਗੁਪਤ, ਦਾਨ ਮਾਨ ਮਰਤਬ ਸਭ ਹੈ ਗੁਪਤ। ਗਿਆਨ ਦੇ ਨਾਲ ਸਭ ਕੁਝ ਪ੍ਰਤੱਖ ਹੋ ਜਾਵੇਗਾ। ਇਸ ਲਈ ਅਜੇ ਗਿਆਨ ਦਾਨ ਮਹਾਦਾਨ ਦੇ ਅਨੁਸਾਰ ਬੇਹੱਦ ਦੀਆਂ ਆਤਮਾਵਾਂ ਲਈ ਬੇਹੱਦ ਦੀ ਕਿਸਮਤ ਬਣਾਉਣ ਦਾ ਇਹੀ ਸਮਾਂ ਹੈ। ਬੇਹੱਦ ਦੀ ਕਿਸਮਤ ਗਿਆਨ ਦਾਨ ਮਹਾਦਾਨ ਨਾਲ ਬਣੇਗੀ। ਸਾਰੀ ਦੁਨੀਆ ਵਿੱਚ ਇੰਟਰਨੈਟ ਰਾਹੀਂ ਜਾਂ YouTube ਰਾਹੀਂ ਗਿਆਨ ਪਹੁੰਚਾਉਣਾ ਹੈ। ਸੋ ਬੇਹੱਦ ਦੇ ਗਿਆਨ ਦਾ ਗਿਆਨ ਦਾਨ ਮਹਾਦਾਨ ਕਰਕੇ ਕੋਈ ਵੀ ਆਤਮਾ ਆਪਣੀ ਬੇਹੱਦ ਦੀ ਬਹੁਤ ਚੰਗੀ ਕਿਸਮਤ ਬਣਾ ਸਕਦੀ ਹੈ। ਨਹੀਂ ਤਾਂ ਫਿਰ ਇਹ ਸਮਾਂ ਵੀ ਹੱਥ 'ਚੋਂ ਨਿਕਲ ਜਾਵੇਗਾ। ਪਰਮ ਸ਼ਾਂਤੀ।